ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ 21 ਅੰਗ ਦੇ 20ਵਾਂ ਸ਼ਬਦ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਮਨ ਰੇ ਅਹਨਿਸ ਹਰ ਗੁਣ ਸਾਰ। ਸੋ ਹੇ ਮੇਰੇ ਮਨਾ, ਦਿਨ ਰਾਤ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲਣਾ ਕਰ, ਯਾਦ ਕਰ। ਫਰਮਾਉਂਦੇ ਨੇ ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ, ਇੱਕ ਤਿਲ ਪਿਆਰਾ ਵੀਸਰੈ, ਅਰੋਗ ਵੱਡਾ ਮਨ ਮਾਹੇ। ਹੁਣ ਜਿਹੜੇ ਰੱਬ ਦੇ ਪਿਆਰੇ ਨੇ, ਨਾਮ ਜਪਣ ਵਾਲੇ ਨੇ, ਨਿਤਨੇਮੀ ਨੇ, ਪ੍ਰੇਮੀ ਨੇ, ਜੇ ਉਹਨਾਂ ਦੇ ਮਨ ਦੇ ਅੰਦਰੋਂ ਇੰਨਾ ਪਿਆਰ ਹੁੰਦਾ ਨਿਤਨੇਮ ਨਾਲ, ਸਿਮਰਨ ਦੇ ਨਾਲ, ਭਗਤੀ ਨਾਲ, ਕਈ ਵਾਰ ਗ੍ਰਸਤੀਆਂ ਨੂੰ ਕੰਮ ਜ਼ਿਆਦਾ ਹੋਣ ਕਰਕੇ ਉਹਦੀ ਨਿਤਨੇਮ ਦੇ ਵਿੱਚ, ਸਿਮਰਨ ਵਿੱਚ ਕੋਈ ਰੁਕਾਵਟ ਆ ਜੇ ਉਹਨਾਂ ਨੂੰ ਇਉਂ ਮਹਿਸੂਸ ਹੁੰਦਾ ਕਿ ਇੱਕ ਤਿਲ ਜਿੰਨਾ ਸਮਾਂ ਵੀ ਜੇ ਵਾਹਿਗੁਰੂ ਭੁੱਲ ਜਾਵੇ, ਉਹ ਆਪਣੇ ਮਨ ਦੇ ਵਿੱਚ ਸਮਝਦੇ ਨੇ ਵੱਡਾ ਰੋਗ ਲੱਗ ਗਿਆ ਮੈਨੂੰ। ਬਹੁਤਾ ਪਛਤਾਵਾ ਕਰਦੇ ਮਨ ਦੇ ਅੰਦਰ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਐ ਚੂਰ। ਸੋ ਮਹਾਰਾਜ ਜਿਵੇਂ ਬਚਨ ਕਰਦੇ ਨੇ, ਜਦੋਂ ਪ੍ਰਮਾਤਮਾ ਭੁੱਲ ਜਾਂਦੇ ਨੇ, ਕਿਤੇ ਮਾੜਾ ਜਿਹਾ ਛਿਨ ਮਾਤਰ, ਗੁਰੂ ਨਾਨਕ ਸਾਹਿਬ ਤਾਂ ਇਉਂ ਫਰਮਾਉਂਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਔਰ ਰੱਬ ਦੇ ਪਿਆਰੇ ਕਹਿੰਦੇ ਵੱਡਾ ਰੋਗ ਲੱਗ ਗਿਆ ਮੈਨੂੰ, ਪ੍ਰਮਾਤਮਾ ਦਾ ਭੁੱਲਣਾ ਜਿਹੜਾ ਹੋਇਆ। ਕਿਉਂ ਦਰ ਗਹਿ ਪਤ ਪਾਈ ਐ, ਜਾਂ ਹਰ ਨਾ ਵਸੈ ਮਨ ਮਾਹੇ। ਹੁਣ ਜਦੋਂ ਹਰੀ ਨਾਮ, ਪਰਮੇਸ਼ਰ ਦਾ ਨਾਮ ਜੋ ਮਨ ਦੇ ਅੰਦਰ ਨਹੀਂ ਵਸਦਾ ਜਿਨ੍ਹਾਂ ਦੇ, ਉਹ ਫਿਰ ਪਰਲੋਕ ਦੇ ਵਿੱਚ ਕਿਵੇਂ ਜਿਹੜੀ ਇੱਜ਼ਤ ਪ੍ਰਾਪਤ ਕਰ ਸਕਦੇ? ਮਾਣ ਨਹੀਂ ਮਿਲਣਾ, ਇੱਜ਼ਤ ਪਤ ਆਬਰੂ ਨਹੀਂ ਹੁੰਦੀ ਉਹਨਾਂ ਦੀ। ਇਹ ਗੱਲ ਨੂੰ ਵੀ ਗੁਰਮੁਖ ਸੋਚਦੇ ਨੇ ਕਿ ਜੇ ਹੁਣ ਹਿਰਦੇ 'ਚ ਨਾਮ ਨਾ ਵਸਿਆ, ਪਰਲੋਕ ਵਿੱਚ ਮੈਨੂੰ ਕਹਿਣਗੇ ਤੂੰ ਉੱਥੇ ਕੀ ਵਸਾ ਕੇ ਆਇਆ ਮਨ 'ਚ। ਮਨ ਜਦੋਂ ਵਿਕਾਰਾਂ ਦਾ ਭਰਿਆ ਲੈ ਕੇ ਜਾਵਾਂਗਾ, ਪਾਪਾਂ ਦਾ, ਪੁੱਛ-ਗਿੱਛ ਹੋਵੇਗੀ ਮੇਰੀ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ। ਇਸ ਕਰਕੇ ਮਨ ਉਹਨਾਂ ਦਾ ਹਮੇਸ਼ਾ ਸਾਵਧਾਨ ਰਹਿੰਦਾ ਇਹਨਾਂ ਗੱਲਾਂ ਨੂੰ ਸੁਣ ਕੇ, ਯਾਦ ਕਰਕੇ। ਗੁਰ ਮਿਲਿਆ ਸੁਖ ਪਾਈਐ, ਅਗਨ ਮਰੈ ਗੁਣ ਮਾਹੇ। ਸਤਿਗੁਰਾਂ ਨਾਲ ਮਿਲਣ ਕਰਕੇ ਹੀ ਬੰਦੇ ਨੂੰ ਅੰਦਰਲਾ ਸੁਖ ਪ੍ਰਾਪਤ ਹੁੰਦਾ ਹਿਰਦੇ 'ਚ। ਬਾਹਰ ਜਿੰਨਾ ਮਰਜ਼ੀ ਪਿਆਸ ਲੱਗੀ ਹੋਵੇ ਬਹੁਤ ਜ਼ਿਆਦਾ, ਜਿੰਨਾ ਮਰਜ਼ੀ ਭਾਵੇਂ ਇਸ਼ਨਾਨ ਵੀ ਕਰ ਲਓ, ਠੰਡੇ ਪਾਣੀ ਦੇ ਛਿੱਟੇ ਵੀ ਮਾਰ ਲਓ ਅੱਖਾਂ 'ਚ, ਪੈਰ ਧੋ ਲਓ, ਫਿਰ ਹੱਥ ਧੋ ਲਓ, ਪਿਆਸ ਹੀ ਹੁੰਦੀ ਹੈ। 2 ਦਿਨ ਤੱਕ ਪਾਣੀ ਬੰਦ ਰੱਖੋ, ਨਾ ਪੀਓ, ਨਹਾਉਂਦੇ ਰਹੋ, ਭਾਵੇਂ ਪਾਣੀ 'ਚ ਬੈਠੇ ਰਹੋ, ਪਾਣੀ ਨਹੀਂ ਪੀਣਾ। ਪਰ ਪਿਆਸ ਉਦੋਂ ਹੀ ਬੁਝਣੀ ਹੈ ਜਦੋਂ ਪਾਣੀ ਪੀਣਾ। 2-4 ਗਲਾਸ, 5 ਗਲਾਸ ਪੀ ਕੇ ਪਿਆਸ ਬੁਝਦੀ ਇਨਸਾਨ ਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿੰਨਾ ਮਰਜ਼ੀ ਬਾਹਰਲੇ ਸੁੱਖ ਮਿਲ ਜਾਣ ਸਰੀਰ ਦੇ, ਪਰ ਜਦੋਂ ਤੱਕ ਆਪਾਂ ਸਤਿਗੁਰੂ ਜੀ ਨੂੰ ਮਿਲਦੇ, ਨਾਮ ਨਹੀਂ ਜਪਦੇ, ਉਦੋਂ ਤੱਕ ਬਾਹਰਲੇ ਸੁੱਖ ਬੇਕਾਰ ਹੈ, ਸਭ ਪਰੇਸ਼ਾਨੀਆਂ ਦਾ ਕਾਰਨ ਹੀ ਹੈ। ਕਿਉਂਕਿ ਅੰਦਰਲੀ ਪਿਆਸ ਤਾਂ ਬੁਝੀ ਨਹੀਂ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉਠੀ ਅਧਿਕਾਏ। ਭਗਤ ਕਬੀਰ ਜੀ ਕਹਿੰਦੇ ਨੇ, ਮਾਧੋ ਹੇ ਪਰਮਾਤਮਾ, ਇਹ ਜਿਹੜੀ ਜਲ ਪਦਾਰਥ ਨੇ ਨਾ, ਪਦਾਰਥਾਂ ਦੀ ਆਸ ਨਹੀਂ ਜਾਂਦੀ। ਪਾਣੀ ਰੂਪ ਪਦਾਰਥ, ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਹੋਰ ਅੱਗ ਲੱਗਦੀ ਹੈ ਪਦਾਰਥਾਂ ਦੀ, ਭਾਵ
ਪਦਾਰਥਾਂ ਰੂਪ ਜਲ ਵਿੱਚ ਰਹਿ ਕੇ ਸਬਰ ਨਹੀਂ ਆਉਂਦਾ। ਸਾਰਾ ਕੁਝ ਕੋਲੇ ਹੈ, ਫਿਰ ਹੋਰ ਪਦਾਰਥਾਂ ਦੀ ਇੱਛਾ ਬਣਦੀ, ਹੋਰ ਬਣਦੀ ਹੈ, ਕਿਉਂਕਿ ਹਿਰਦੇ ਵਿੱਚ ਸੰਤੋਖ ਗੁਣ ਦੇ ਧਾਰਨ ਕਰਕੇ ਹੀ ਤ੍ਰਿਸ਼ਨਾ ਮਰਦੀ ਅੰਦਰੋਂ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਗਨ ਮਰੈ ਗੁਣ ਮਾਹੇ। ਵਸਤੂ ਵਿਚਾਰ ਰੂਪੀ ਗੁਣ ਦੇ ਧਾਰਨ ਕਰਕੇ ਵਿਸ਼ਿਆਂ ਵਿਕਾਰਾਂ ਦੀ ਜਿਹੜੀ ਅੱਗ ਮਰਦੀ ਹੈ, ਖੇਮਾ ਰੂਪ ਗੁਣ ਦੇ ਧਾਰਨ ਕਰਕੇ ਕ੍ਰੋਧ ਰੂਪ ਅੱਗ ਮਰਦੀ ਹੈ। ਇਹ ਸਾਰੇ ਵੱਖਰੇ ਵੱਖਰੇ ਨੇ। ਇਸ ਕਰਕੇ ਮੋਹ ਨੂੰ ਤਬਦੀਲ ਕਰਨਾ ਪ੍ਰੇਮ ਦੇ ਵਿੱਚ, ਔਰ ਇਹਦੇ ਨਾਲ ਹੰਕਾਰ ਨੂੰ ਸ਼ੁੱਧ ਕਰਨਾ। ਸ਼ੁੱਧ ਹੰਕਾਰ ਤਾਂ ਠੀਕ ਹੈ, ਪਰ ਅਸ਼ੁੱਧ ਮਾੜਾ। ਸ਼ੁੱਧ ਹੰਕਾਰ ਕਿ ਮੈਂ ਕਲਗੀਆਂ ਵਾਲੇ ਦਾ ਪੁੱਤਰ ਹਾਂ। ਮਹਾਰਾਜ ਵੀ ਕਹਿੰਦੇ ਨੇ ਮੈਂ ਅਕਾਲ ਪੁਰਖ ਦਾ ਪੁੱਤਰ ਹਾਂ, ਮੈਨੂੰ ਮਾਣ ਹੈ। ਇੱਕ ਹੁੰਦਾ ਆਪਣੇ ਹੀ ਆਪ ਤੇ ਹੰਕਾਰ ਹੋ ਜਾਣਾ, ਮੈਂ ਹੀ ਸਭ ਕੁਛ। ਉੱਥੇ ਜੀਵ ਮਾਰ ਖਾ ਜਾਂਦਾ। ਮਨ ਰੇ ਅਹਨਿਸ ਹਰ ਗੁਣ ਸਾਰ। ਮਹਾਰਾਜ ਕਹਿੰਦੇ ਦਿਨ ਰਾਤ ਲਗਾਤਾਰ ਇੱਕ ਰਸ ਪਰਮਾਤਮਾ ਦੇ ਗੁਣਾਂ ਨੂੰ ਹੌਲੀ ਹੌਲੀ ਬੋਲੀ ਜਾ, ਯਾਦ ਕਰ, ਮੂਲ ਮੰਤਰ ਪੜ੍ਹੀ ਜਾ। ਇਹ ਸਭ ਉਹਦੇ ਗੁਣ ਹੀ ਨੇ। ਸੋ ਹੌਲੀ ਹੌਲੀ ਦੇ ਮੂਲ ਮੰਤਰ ਨੂੰ ਪੜ੍ਹਨਾ, ਗੋਬਿੰਦੇ ਮੁਕੰਦੇ ਦਾ ਜਾਪ ਕਰਨਾ, ਫਿਰ ਜਾਪ ਸਾਹਿਬ ਦਾ ਪਾਠ ਕਰਨਾ, ਕਦੇ ਗੁਰਬਾਣੀ ਦੇ ਰਾਹੀਂ ਪਾਠ ਕਰਕੇ ਗੁਣਾਂ ਨੂੰ ਗਾਇਨ ਕਰਨਾ। ਇਸ ਤਰ੍ਹਾਂ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਦੇ ਜਾਓ। ਜਿਨ ਖਿਨ ਪਲ ਨਾਮ ਨਾ ਵੀਸਰੈ, ਤੇ ਜਨ ਵਿਰਲੇ ਸੰਸਾਰ ਰਹਾਓ। ਜਿਨ੍ਹਾਂ ਨੂੰ ਇੱਕ ਛਿਨ ਮਾਤਰ ਵੀ ਨਾਮ ਨਹੀਂ ਵਿਸਰਦਾ, ਜਪਦੇ ਹੀ ਰਹਿੰਦੇ ਨੇ, ਉਹ ਬੰਦੇ ਸੰਸਾਰ 'ਚ ਵਿਰਲੇ ਵਿਰਲੇ। ਜਗ ਮੈਂ ਉਤਮ ਕਾਢੀਆ ਵਿਰਲੇ ਕਈ ਕੇ, ਕੋਟਨ ਮੈਂ ਨਾਨਕ ਕਹੂੰ। ਕਰੋੜਾਂ ਵਿੱਚੋਂ ਵਿਰਲਾ ਹੈ ਜਿਹਦੇ ਹਿਰਦੇ ਦੇ ਅੰਦਰ ਨਾਮ ਦਾ ਵਾਸਾ ਹੈ। ਮਹਾਰਾਜ ਕਹਿੰਦੇ ਨਾਮ ਦਾ ਅਭਿਆਸ ਕਰਦੇ ਕਰਦੇ ਲੋਕੀ ਪੁੱਛਦੇ ਕੋਈ ਜੁਗਤੀ ਦੱਸੋ। ਜੁਗਤੀ ਸਤਿਗੁਰੂ ਆਪ ਹੀ ਦੱਸਦੇ ਨੇ। ਜੋਤੀ ਜੋਤ ਮਿਲਾਈ ਹੈ, ਸੁਰਤੀ ਸੁਰਤ ਸੰਜੋਗ। ਹੁਣ ਜਿਨ੍ਹਾਂ ਨੇ ਜੋਤੀ ਸਰੂਪ ਪਰਮਾਤਮਾ ਦੀ ਜੋਤ ਨਾਲ ਆਪਣੀ ਜੋਤ ਮਿਲਾਈ ਹੈ ਮਿਹਨਤ ਕਰਕੇ, ਇਹੋ ਜਿਹੇ ਜਿਹੜੇ ਸੁਰਤੀ ਤੋਂ ਭਾਵ ਸੁਰਤੀ ਲਾਉਣ ਵਾਲੇ ਗੁਰੂ ਸਾਹਿਬ ਨੇ, ਜਦ ਉਹਨਾਂ ਦੀ ਸੁਰਤ ਭਾਵ ਸ੍ਰੇਸ਼ਟ ਪ੍ਰੀਤੀ ਨਾਲ ਸੰਜੋਗ ਹੋਇਆ ਤਾਂ ਸੁਰਤੀਆਂ ਕਰਕੇ ਪ੍ਰਤਪਾਦਕ ਜਿਹੜਾ ਬ੍ਰਹਮ ਹੈ ਉਹਦੀ ਸੁਰਤ ਨਾਲ ਸੰਜੋਗ ਹੋਇਆ, ਤਾਂ ਫਿਰ ਜੋਤੀ ਪਰਮਾਤਮਾ ਵਾਲੇ ਇਹਦੀ ਜੋਤ ਮਿਲ ਗਈ। ਭਾਵ ਸੁਰਤੀ ਸੁਰਤ ਸੰਜੋਗ। ਇਸ ਕਰਕੇ ਜਦੋਂ ਸੰਜੋਗ ਬਣਦਾ ਹੈ, ਸ਼ਬਦ ਵਿੱਚ ਸੁਰਤੀ ਜੁੜਦੀ ਹੈ। ਸ੍ਰੇਸ਼ਟ ਪ੍ਰੀਤੀ ਨਾਲ ਸੰਜੋਗ ਹੋਇਆ ਜਦੋਂ ਸਾਡਾ, ਉਦੋਂ ਜਦੋਂ ਸਾਡੀ ਬਿਰਤੀ ਬਾਹਰੋਂ ਰੁਕਣੀ ਸ਼ੁਰੂ ਹੋ ਜਾਂਦੀ ਹੈ, ਸਤਿਗੁਰੂ ਕਹਿੰਦੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰਿਆ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ। ਹੁਣ ਜਿਨ੍ਹਾਂ ਦੀ ਸੁਰਤੀ ਰਲ ਗਈ ਪਰਮਾਤਮਾ ਦੇ ਵਿੱਚ, ਹਿੰਸਾ ਹਉਮੈ ਗਤ ਗਏ ਨਾਹੀ ਸਹਿਸਾ ਸੋਗ। ਹੁਣ ਜਿਹਦੇ ਮਨ ਚੋਂ ਜੀਵ ਹਿੰਸਾ, ਹੰਗਤਾ, ਮਮਤਾ, ਇਹ ਸਾਰੀਆਂ ਚੀਜ਼ਾਂ ਗਤ ਗਏ ਦਾ ਮਤਲਬ ਹੁੰਦਾ ਨਾਸ ਹੋ ਗਏ। ਗਤ ਦੇ ਤੱਤੇ ਨੂੰ ਔਂਕੜ ਹੈ, ਜਿੱਥੇ ਵੀ ਆ ਗਿਆ ਔਂਕੜ ਬਿਨਾਂ ਸਮਝੇ ਯਾਦ ਕਰ ਲਓ ਵੀ ਇਹ ਨਾਸ ਦਾ ਹੀ ਅਰਥ ਹੈ। ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ, ਉੱਥੇ ਵੀ ਤੱਤੇ ਨੂੰ ਔਂਕੜ ਆਵੇਗਾ। ਗਤ ਦਾ ਅਰਥ ਹੀ ਨਾਸ। ਤੱਤੇ ਸਿਹਾਰੀ ਆ ਜੇ ਤਾਂ ਫੇਰ ਬਣਦੀ ਹੈ ਮਿਤ ਮਰਿਆਦਾ, ਗਤ ਮਿਤ। ਸੋ ਇਸ ਤਰ੍ਹਾਂ ਗਤ ਨਾਮ ਚਾਲ ਦਾ ਹੈ, ਗਤ ਨਾਮ ਮਰਿਆਦਾ ਦਾ ਹੈ, ਗਤ ਨਾਮ ਅਵਸਥਾ ਦਾ ਵੀ ਆਉਂਦਾ ਹੈ। ਇਸ ਤਰ੍ਹਾਂ ਤੱਤੇ ਨੂੰ ਔਂਕੜ ਨਾਲ ਨਾਸ ਦਾ ਅਰਥ ਬਣਦਾ। ਇੱਕ ਗਤ ਹੁੰਦੀ, ਗਤ
ਗੱਗਾ ਤੇ ਤੱਤਾ ਹੀ ਸਿਰਫ ਜੋੜੀ ਦੀ ਗੱਤ। ਇਉਂ ਅਰਥਾਂ ਦੇ ਵਿੱਚ ਤਬਦੀਲੀ ਹੁੰਦੀ ਹੈ ਜਦੋਂ ਉਹਨਾਂ ਦੇ ਨਾਲ ਲੱਗੇ ਹੋਏ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਹੋਣ, ਟਿੱਪੀ ਹੋਵੇ, ਸਰਬੰ ਗੰਤਾ ਸਰਬੰ ਹੰਤਾ। ਜੇ ਗੰਤਾ ਲਿਖਿਆ ਤੇ ਗਮਤਾ ਹੋ ਗਈ। ਇਸ ਤਰ੍ਹਾਂ ਆਪਾਂ ਨੂੰ ਖੁਦ ਵੀ ਅਰਥਾਂ ਦੀ ਪਹਿਚਾਣ ਹੋਣੀ ਜ਼ਰੂਰੀ ਹੈ। ਸਤਿਗੁਰੂ ਕਹਿੰਦੇ ਹਿੰਸਾ ਹਉਮੈ ਗਤ ਗਏ ਨਾਹੀ ਸਹਿਸਾ ਸੋਗ। ਉਹ ਬੰਦੇ ਨੂੰ ਕਦੇ ਸੰਸਾ ਤੇ ਫਿਕਰ ਹੁੰਦਾ ਹੀ ਨਹੀਂ। ਫਿਰ ਗੁਰਮੁਖ ਜੈਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ। ਜਿਸ ਗੁਰਮੁਖ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ ਉਹਨੂੰ ਵਾਹਿਗੁਰੂ ਗੁਰਾਂ ਦੇ ਸੰਜੋਗ ਦੁਆਰਾ ਆਪਣੇ ਨਾਲ ਮਿਲਾ ਲੈਂਦਾ। ਹੁਣ ਨਿਰਗੁਣ ਬ੍ਰਹਮ ਤਾਂ ਦਿਖਦਾ ਹੀ ਨਹੀਂ ਹੈ ਕਿੱਥੇ, ਬੰਦਾ ਕਰੇ ਵੀ ਕੀ। ਨਿਰਗੁਣ ਨੇ ਜਦੋਂ ਦੁਨੀਆ ਦਾ ਉਧਾਰ ਕਰਨਾ ਸੀ ਤਾਂ ਸਰਗੁਣ ਰੂਪ ਧਾਰ ਲਿਆ, ਜਿਹੜਾ ਦਿਖਦਾ ਹੁੰਦਾ। ਗੁਰੂ ਨਾਨਕ ਰੂਪ ਹੋ ਕੇ ਆ ਗਏ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਸਾਰੇ ਸਰੂਪ ਸਾਹਮਣੇ ਨਜ਼ਰ ਆਉਣ ਕਰਕੇ ਹੀ ਮਨੁੱਖ ਨੂੰ ਕੁਝ ਤਸੱਲੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਨਿਰਗੁਣ ਬ੍ਰਹਮ ਨੇ ਸਰਗੁਣ ਰੂਪ 'ਚ ਗੁਰੂ ਰੂਪ ਹੋ ਕੇ ਦੁਨੀਆ ਦਾ ਸੁਧਾਰ ਕੀਤਾ, ਗੁਰੂ ਦੇ ਰਾਹੀਂ ਇਨਸਾਨ ਦਾ ਸੁਧਾਰ ਹੁੰਦਾ, ਉਦੋਂ ਫਿਰ ਜੀਵ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਕਾਇਆ ਕਾਮਣ ਜੇ ਕਰੀ ਭੋਗੇ ਭੋਗਣਹਾਰ। ਕਾਇਆ ਦਾ ਅਰਥ ਸਰੀਰ ਵੀ ਹੈ, ਬੁੱਧੀ ਵੀ ਹੈ। ਇਹ ਜਿੱਥੇ ਪ੍ਰਕਰਣ ਹੋਵੇ ਉਹ ਜਿਹਾ ਅਰਥ ਲੱਗਣਾ। ਇੱਥੇ ਕਹਿੰਦੇ ਨੇ ਜੇ ਜਿਹੜੀ ਬੁੱਧੀ ਹੈ, ਬੁੱਧੀ ਰੂਪੀ ਕਾਮਣ ਮਤਲਬ ਇਸਤਰੀ ਨੂੰ ਨਿਸ਼ਕਾਮ ਕਰਮਾਂ ਦੁਆਰਾ ਸ਼ੁੱਧ ਕਰ ਲਿਆ ਜਾਵੇ। ਬੁੱਧੀ ਨੂੰ ਕਾਮਣ ਤੋਂ ਭਾਵ ਸ਼ਰਧਾ ਵਿਸ਼ਿਸ਼ਟ ਕਰ ਲਿਆ ਜਾਵੇ, ਸ਼ਰਧਾ ਦੇ ਸੰਯੁਕਤ, ਤਾਂ ਇਹ ਭੋਗਣਹਾਰ ਹੋ ਕੇ ਵਾਹਿਗੁਰੂ ਦੇ ਆਨੰਦ ਨੂੰ ਭੋਗਦੀ ਹੈ, ਆਨੰਦ ਮਾਣਦੀ ਹੈ। ਬੁੱਧੀ ਨੂੰ ਕਰਨਾ ਹੈ ਸ਼ਰਧਾ ਸਹਿਤ, ਬੁੱਧੀ ਨੂੰ ਕਰਨਾ ਨਿਸ਼ਕਾਮ ਕਰਮਾਂ ਕਰਕੇ ਸ਼ੁੱਧ, ਕਿਉਂਕਿ ਸਕਾਮ ਕਰਮ ਕਰਨੇ ਕਰਕੇ ਬੁੱਧੀ ਸ਼ੁੱਧ ਨਹੀਂ ਹੁੰਦੀ। ਸਕਾਮ ਹੁੰਦੀ ਸਹਿਤ ਕਾਮਨਾ ਦੇ ਕੋਈ ਕਰਮ ਕਰਨਾ। ਜਦੋਂ ਕਾਮਨਾ ਨਾਲ ਕਰਮ ਕੀਤਾ ਤਾਂ ਇਹਦਾ ਮਤਲਬ ਬੁੱਧੀ ਦੇ ਅੰਦਰ ਹੈ ਇੱਛਾ, ਕਾਲਖ ਹੈ। ਜਦੋਂ ਬਿਲਕੁਲ ਕੋਰੇ ਕਾਗਜ਼ ਵਾਂਗੂ ਨਿਸ਼ਕਾਮ ਹੋ ਕੇ ਸੇਵਾ ਕੀਤੀ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਉਹ ਚੀਜ਼ ਸਭ ਤੋਂ ਵਧੀਆ ਹੈ। ਕੋਰੇ ਕਾਗਜ਼ ਵਾਂਗੂ ਨਿਸ਼ਕਾਮ ਕਰਮ, ਤੇ ਸਕਾਮ ਕਰਮਾਂ ਦੇ ਦਾਗ ਲੱਗ ਜਾਂਦੇ ਨੇ। ਉਸ ਵਕਤ ਬੁੱਧੀ ਪਦਾਰਥਵਾਦੀ ਹੋ ਜਾਂਦੀ। ਤਿਸ ਸਿਉ ਦੇਹੋ ਨਾ ਕੀਜਈ ਜੋ ਦੀਸੈ ਚੱਲਣਹਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਭਗਤੀ ਦੇ ਰਸਤੇ ਤੇ ਚੱਲਣਾ ਹੈ ਤਾਂ ਇਸ ਚੀਜ਼ ਨੂੰ ਜ਼ਰੂਰ ਧਿਆਨ ਰੱਖੋ ਕਿ ਉਸ ਚੀਜ਼ ਨਾਲ ਹੁਣ ਜਾਂ ਜਗਤ ਦੇ ਨਾਲ, ਇਹਦੇ ਪਦਾਰਥਾਂ ਨਾਲ ਪ੍ਰੇਮ ਤਾਂ ਨਹੀਂ ਕਰ ਰਹੇ ਕਿਤੇ ਤੁਸੀਂ। ਇਹ ਚਲੇ ਜਾਣ ਵਾਲੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਨਜ਼ਰ ਆ ਰਹੀਆਂ ਨੇ, ਨਾਸਵੰਤ ਨੇ। ਪਤਾ ਹੈ ਕੱਚ ਦਾ ਗਲਾਸ ਹੈ, ਟੁੱਟ ਜਾਣਾ ਹੈ, ਕੱਪ ਨੇ ਟੁੱਟ ਜਾਣਾ ਹੈ। ਹਰ ਚੀਜ਼ ਨੇ, ਕੱਪੜਾ ਹੈ ਉਹਨੇ ਇੱਕ ਦਿਨ ਫਟ ਜਾਣਾ ਹੈ। ਸਰੀਰਾਂ ਨੂੰ ਦੇਖ ਕੇ ਭਰੋਸਾ ਹੋ ਜਾਂਦਾ, ਪਰ ਸਰੀਰ ਨੇ ਵੀ ਇੱਕ ਦਿਨ ਖਤਮ ਹੋ ਜਾਣਾ। ਮਹਾਰਾਜ ਕਹਿੰਦੇ ਨੇ ਇੱਥੇ ਕਿਹੜੀ ਚੀਜ਼ ਹੈ ਜਿਹੜੀ ਨਹੀਂ ਖਤਮ ਹੋਣੀ। ਇੱਥੋਂ ਤੱਕ ਵੀ ਇਹ ਧਰਤੀ, ਤਾਰੇ, ਚੰਦਰਮਾ ਦਾ ਵੀ ਅੰਤ ਹੈ। ਤਾਂ ਤੇ ਜਿਹੜੀਆਂ ਚੀਜ਼ਾਂ ਦਿਸਣਹਾਰ ਨੇ ਅਤੇ ਚੱਲਣਹਾਰ ਨੇ, ਜਿਹੜੀਆਂ ਵੀ ਦਿਸਦੀਆਂ, ਜੋ ਦਿਸਦਾ ਹੈ ਉਹ ਸਭ ਚੱਲਣਹਾਰ ਹੈ। ਜੋ ਨਹੀਂ ਦਿਖਦਾ ਉਹ ਹੈ ਪਰਮਾਤਮਾ। ਅਬਿਨਾਸੀ ਜੀਵਨ ਕੋ ਦਾਤਾ ਹੈ ਉਹ। ਇਉਂ ਨਿਸ਼ਚਾ ਕਰੇ ਮਨ ਦੇ ਅੰਦਰ ਕਿ ਜੋ ਦਿਖਦਾ ਇਹ ਨਹੀਂ ਰਹਿਣਾ, ਇਹ ਬਦਲ ਜਾਣਾ ਜਾਂ ਇਹਨੇ ਖਤਮ ਹੀ ਹੋ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਇਹੀਆਂ ਜਿਹੀਆਂ ਚੀਜ਼ਾਂ ਦੇ ਨਾਲ ਪ੍ਰੇਮ ਨਹੀਂ ਕਰਦੇ ਰੱਬ ਦੇ ਪਿਆਰੇ। ਗੁਰਮੁਖ ਰਵਹਿ ਸੁਹਾਗਣੀ ਸੋ ਪ੍ਰਭ ਸੇਜ ਪਤਾਰ। ਇਹ ਗੁਰਮੁਖ ਸੁਹਾਗਣਾ ਆਪਣੀ ਸ਼ਰਧਾ ਸਹਿਤ ਨਾ ਅੰਤःਕਰਣ ਰੂਪ ਸੇਜਾ ਦੇ ਉੱਤੇ
उस वाहिगुरू पति के साखियातकार रूप आनंद नूं माणदियां ने। साखियातकार मतलब प्रगट होना। वाहिगुरू परमात्मा लई सेजा बनाउंदियां सुहागणियां अपनी शरधा के सहित अंतःकरण दे उत्ते अपने हिरदे दे विच सेजा बनाई है। वाहिगुरू दा प्रगट होण रूप आनंद नूं वो माणदियां ने। हिरदे दे अंदर जदों जोत प्रगट होई, वो जोत जदों वड्डी जोत विच मिली, असह अकह आनंद प्राप्त हुंदा। उस वक्त असह तां कहा सहारिया नहीं जांदा, उत्थे अजर अवस्था की लोड़ पैंदी बंदे नूं। बहुत भारी आनंद जीव नूं प्राप्त हुंदा। चारे अगन निवार मर गुरमुख हर जल पाए। चार अग्गां ने, हंस हेत लोभ कोप चारे नदियां अग। पवह दजह नानका तरिया करमी लग। हंस का मतलब है जिमें हिंसा आदि करनी, ਜਾਂ हंस का भाव इउं भी लाउंदे ने जिवें हंस हुंदा चिट्टा, हमेशा सतो गुण वालिਆਂ ਨੂੰ हौमे हो जाती है, बन ठण के चिट्टे हो के रहना। हेत हुंदा मोह करना, लोभ करना, ते कोप हुंदा गुस्सा करना, क्रोध। ये चारे अग दीयां नदियां ने संसार दे अंदर। पर गुरमुख जिहड़े ने ना, वाहिगुरू 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 करन रूप नाम जल नूं पा के ये चारे अग्गां नूं निवार लैंदे ने, बुझा के अपने अंदरों जीवत भाव जिहड़ा बनिया कि मैं जीव हाँ मैं जीव हाँ, इहनूं खत्म कर लैंदे ने। मर तो भाव जिवें तहकीक कहने निश्चय करके चारे अग्नियां निवृत्त कर लईआं गुरमुखां ने नाम रूप जल पा के। वैसे तो इन्नी लोड़ नहीं हुंदी, समझाउण दी लोड़ नहीं, पर क्योंकि मनुख है, उत्तम जग्यासू नूं तां कुछ कहण दी लोड़ नहीं, उन्हें तो सिर्फ इन्ना कहना पैंदा उत्थे बह के तां 8 घंटे वाहिगुरू वाहिगुरू कर। उन्हें क्वेश्चन नहीं करना क्यों क्यों कर किवें कर। ਉਹਦਾ ਤਾਂ बिल्कुल आण देखिया आण दसी सब कुछ अंदरों ठीक हो जाता। हुण पर सतगुरु कहते दुनिया है, ਇਹਦੇ अंदर सतो गुणी रजो गुणी तमो गुणी पुरुष होर कई तरह के बंदे ने रब ने ही बनाए ने, जिन्हां दे शंके ही नहीं मुकते हैं। वो सारा दिन शंकियां च ही विचारे लंघ जाते हैं, वहमी भरमी जे होए रहंदे ने। तां सतगुरु दे फिर इहनूं विस्तार नाल दस्सिया कि चारे अग्नियां ने, इन्हां दी निवृत्ति नाम नाल हुंदी है। अंतर कमल प्रगासिया अमृत भरिया अघाए। गुरमुखां दे अंदरों हुण जिहड़ा हिरदा कमल सी वो प्रगास पिया, खिड़ पिया। हुण ये गल नूं किहड़ा दस्से भी अंदर कमल भी हुंदा? प्रचारक तां नहीं दसूगा तुहानूं। वो तो कहते गल्लां हुंदियां ही नहीं, तो जोगियां दी गल्लां ने, तो फलानियां गल्लां ने। जदों आप नूं कुछ ना आउंदा होवे फिर उठ के भज लैंदा, पर अंदर तो हिरदा कमल खिड़दा ना, पुट्ठा होया होया इस वक्त हिरदे दे विच हिरदा कमल। हुण जिन्ना उत्तों रस डिगदा वो सारा वाय पित्त कफ बनदा तुरिया जा रहा। जदों बह के अभ्यास कीता ब्रह्म अग्नि दे नाल अंदर जदों पाउण चली, जिन्हें सारे चक्रां नूं बिन्नना है, वो अंदरले कमल नूं सीधा कर दिंदी। इहदियां पत्तियां 16 पंखड़ियां खिड़ जांदियां ने और चिट्टा कमल दल सामने आ जांदा। इहदे उत्ते जदों जाके रस पैंदा, बंदे दे अंदर वाय पित्त कफ बननियां ही हट जांदियां। इसे करके वो बीमारियां तो मुक्त हो जाना। सर्व रोग का औखद नाम ताइयों कहा। अभ्यास करने वाले वाहिगुरू वाहिगुरू सारी दुनिया रोज़ करी जाती, मूल मंत्र करी जाती है, पर थोड़ी जी सुरत भी नाल लाओ। सुरती का संजोग करना शब्द नाल। जदों कल्ला वाहिगुरू वाहिगुरू कहा, सुरती किते होर गई हुई है, फिर वो उत्थे की खड़ी गड्डी रेसां देण वाली गल है, तुरदी नहीं गड्डी। सुरत ला के नाम दे नाल सिमरन करना, वाहिगुरू की होंद नूं जानना कि है भी सच।
ਜਦੋਂ ਆਪਾਂ ਅੰਦਰ ਨੂੰ ਧਿਆਨ ਦੇ ਕੇ ਚੰਗਾ ਤਗੜਾ ਅਭਿਆਸ ਕਰਦੇ ਆ, ਬਾਣੀ ਪੜ੍ਹੀ ਜਾਂਦੇ ਆ, ਸੁਰਤ ਥੋੜੀ ਲਾ ਕੇ ਰੱਖਦੇ ਆ, ਤਾਂ ਇਹ ਸਾਰਾ ਕੁਝ ਅੰਦਰ ਹੀ ਨਜ਼ਰ ਆਉਂਦਾ ਅਭਿਆਸੀਆਂ ਨੂੰ, ਕਿੱਥੇ ਕਿਹਦਾ ਵਾਸਾ ਹੈ ਅਤੇ ਕਿਹੜੀ ਚੀਜ਼ ਕਿੱਥੇ ਹੈ। ਇਸ ਤਰ੍ਹਾਂ ਅਭਿਆਸ ਕਰਨ ਦੇ ਨਾਲ, ਇਹ ਜੋਗੀਆਂ ਦੀ ਗੱਲ ਨਹੀਂ ਹੈ, ਜੋਗੀਆਂ ਦੀ ਵੀ ਇਹੀ ਚੀਜ਼ ਹੁੰਦੀ, ਪਰ ਉਹਨਾਂ ਦਾ ਰਸਤਾ ਸਾਡੇ ਨਾਲੋਂ ਥੋੜਾ ਅਲੱਗ ਹੈ। ਰਸਤਾ ਸਾਰਿਆਂ ਦਾ ਇੱਕੋ ਹੀ ਹੁੰਦਾ, ਪਰ ਰਸਤੇ ਦੇ ਵਿੱਚ ਫਰਕ ਹੁੰਦਾ। ਫੇਰ ਵੀ ਐਸਾ ਇੱਕ ਰਸਤਾ ਹੈ ਕਿ ਇੱਥੋਂ ਬਾਏ ਕਾਰ ਜਾਣਾ, ਰਸਤਾ ਤਾਂ ਉਹੀ ਹੈ। ਉਹ ਕਾਰ ਦੇ ਨਾਲ ਤਾਂ ਆਪਾਂ ਬਹੁਤ ਸਮਾਂ 15-20 ਘੰਟੇ ਲੱਗ ਜਾਣੇ ਆ, 50-50 ਘੰਟੇ, 60-60 ਘੰਟੇ ਦਾ ਸਫ਼ਰ ਵੀ ਹੈ ਕਾਰ ਦਾ। ਇੱਕ ਜਹਾਜ਼ ਦੇ ਰਾਹੀਂ ਜਾਣਾ, ਉਹ ਵੀ ਉਸੇ ਰਸਤੇ ਹੀ ਜਾਂਦਾ ਉੱਪਰ, ਪਰ ਉਹ ਸਿੱਧਾ ਹੀ ਪਹਾੜੀਆਂ ਦੇ ਉੱਪਰ ਦੀ ਲੰਘ ਕੇ, ਸਮੁੰਦਰ ਤੋਂ ਲੰਘ ਕੇ ਉੱਥੇ ਟਿਕਾਣੇ ਪਹੁੰਚ ਜਾਂਦਾ। ਉਹਨੂੰ 5-6 ਘੰਟੇ ਲੱਗੇ ਨੇ, ਕਾਰ ਨੂੰ 50 ਘੰਟੇ ਲੱਗ ਜਾਣੇ। ਜੋਗੀਆਂ ਦਾ ਮਾਰਗ ਹੈ ਕਾਰ ਵਾਲਾ, ਪੈਦਲ ਵਾਲਾ, ਕੀੜੀ ਵਾਲਾ। ਭਗਤੀ ਦੇ ਮਾਰਗ ਵਿੱਚ ਹੈ ਪੰਛੀ ਮਾਰਗ, ਜਹਾਜ਼ ਮਾਰਗ ਹੈ, ਪਹੁੰਚਦਾ ਉਸ ਤਰ੍ਹਾਂ ਹੀ ਆ। ਪਰ ਉਧਰ ਇਹ ਫਰਕ ਹੈ ਕਿ ਉਧਰ ਜੋਗਾਨੰਦ ਹੈ, ਇੱਧਰ ਬ੍ਰਹਮਾਨੰਦ ਹੈ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭ੍ਰਮ ਭ੍ਰਮ ਆਵੈ ਮੂੜਾ ਵਾਰੋ ਵਾਰ। ਇਹ ਜੋਗੀਆਂ ਨੂੰ ਕਿਹਾ, ਆਪਾਂ ਨੂੰ ਨਹੀਂ। ਜਾਂਦੇ ਆਪਾਂ ਵੀ ਉੱਥੇ ਹੀ ਆ, ਆਪਾਂ ਨਾਮ ਸੰਯੁਕਤ ਹੋ ਕੇ ਜਾਂਦੇ ਆ। ਗੁਰੂ ਦਾ ਫਰਕ ਹੈ। ਸਾਡੇ ਗੁਰੂ ਨਾਨਕ ਦੇਵ ਜੀ ਸਤਿਗੁਰੂ ਨੇ ਵਾਹਿਗੁਰੂ ਮੰਤਰ ਦਾ ਅਭਿਆਸ, ਮੂਲ ਮੰਤਰ ਦਾ ਅਭਿਆਸ, ਜਿਹੜਾ ਮੇਨ ਚੀਜ਼ ਇੱਕ ਓਂਕਾਰ ਹੈ, ਜੋ ਵਾਹਿਗੁਰੂ ਮੰਤਰ ਹੈ, ਇਹ ਸਿਰੇ ਲਾਉਂਦਾ ਆਪਾਂ ਨੂੰ। ਜੋਗੀਆਂ ਦਾ ਨਿਸ਼ਾਨਾ ਹੈ ਮੈਨੂੰ ਰਿੱਧੀ ਸਿੱਧੀ ਦੀ ਪ੍ਰਾਪਤੀ ਹੋਵੇ, ਮੈਨੂੰ ਸ਼ਕਤੀ ਮਿਲੇ। ਇਸ ਕਰਕੇ ਉਹਨਾਂ ਦੇ ਨਿਸ਼ਾਨੇ ਵਿੱਚ, ਸਾਡੇ ਨਿਸ਼ਾਨੇ ਵਿੱਚ ਇਉਂ ਫਰਕ ਪੈ ਜਾਂਦਾ। ਆਪਾਂ ਪ੍ਰਭੂ ਦੀ ਪ੍ਰਾਪਤੀ ਚਾਹੁੰਦੇ ਹਾਂ। ਹਾਂ, ਜਿਹੜੇ ਜੋਗੀਆਂ ਨੇ ਪਰਮੇਸ਼ਰ ਦੀ ਪ੍ਰਾਪਤੀ ਲਈ ਇਹ ਅਭਿਆਸ ਕੀਤਾ, ਸਿੱਧ ਗੋਸ਼ਟ ਪੜ੍ਹੋ ਬਾਣੀ। ਮੰਗਲਨਾਥ ਬ੍ਰਹਮ ਗਿਆਨੀ ਹੋਇਆ, ਚਰਪਟਨਾਥ ਬ੍ਰਹਮ ਗਿਆਨੀ ਹੋਇਆ, ਘੁੱਗੂਨਾਥ, ਮਸ਼ਿੰਦਰਨਾਥ, ਗੋਰਖਨਾਥ। ਇਹ ਫਿਰ ਮਹਾਰਾਜ ਦੀ ਕਿਰਪਾ ਨਾਲ ਆਪਣੇ ਗੁਰੂ ਨਾਨਕ ਦੇਵ ਜੀ ਤੋਂ ਸਿੱਖਿਆ ਲੈ ਕੇ ਇਹਨਾਂ ਨੇ ਨਿਸ਼ਾਨਾ ਬਦਲ ਲਿਆ। ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਨੂੰ ਛੱਡ ਕੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਨਾ, ਓੰਗ ਨਾਲ ਤਾਂ ਸਿਰਫ ਤਿੰਨ ਹੀ ਦਿਖਦੇ ਨੇ। ਹੁਣ ਬਹਿ ਕੇ ਉਦੋਂ ਗੱਲ ਕਰੀਏ ਅਭਿਆਸੀ ਕਿਸ ਨਾਲ, ਜਿਹਨੂੰ ਇਹ ਅਵਸਥਾ ਹੁੰਦੀ ਹੈ। ਜਦੋਂ ਓੰਗ ਦਾ ਜਾਪ ਕਰੀਏ ਤਾਂ ਦਿਖਦੇ ਨੇ ਤਿੰਨ, ਬ੍ਰਹਮਾ ਵਿਸ਼ਨੂੰ ਮਹੇਸ਼, ਲక్ష్ਮੀ ਗਣੇਸ਼, ਫਿਰ ਇਹ ਨਜ਼ਰ ਆਉਂਦੇ। ਜੇ ਇੱਕ ਓਂਕਾਰ ਦਾ ਅਭਿਆਸ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਹੁੰਦੇ ਨੇ। ਇਹ ਅਭਿਆਸੀ ਦੱਸਦੇ ਰਹਿੰਦੇ ਨੇ ਐਸਾ ਸਾਨੂੰ। ਇਸ ਕਰਕੇ ਜਿਹੜਾ ਹੈ ਅਭਿਆਸ ਵਿੱਚ ਫਰਕ ਹੈ, ਨਿਸ਼ਾਨੇ ਵਿੱਚ ਫਰਕ ਹੈ। ਜੋਗੀਆਂ ਦਾ ਤੇ ਸਾਡਾ ਬਹੁਤ ਫਰਕ ਹੈ ਆਪਸ ਵਿੱਚ, ਪਰ ਰਸਤਾ ਸਾਡਾ ਇੱਕੋ ਹੀ। ਇਸ ਕਰਕੇ ਸਹੰਸਰ ਦਲ ਕਮਲ ਵੀ ਖਿੜਦਾ ਹੈ ਨਾਭੀ ਦੇ ਵਿੱਚ। ਸਾਰਾ ਕੁਝ ਹੈ, ਪਰ ਉਹ ਅਭਿਆਸ ਨਾਲ ਦਿਖਦਾ। ਗਿੱਦੜ ਦਾਖ ਨਾ ਆਪਣਾ ਆਖੈ ਥੂ ਕੌੜੀ, ਫਿਰ ਉਹ ਲੋਕ ਇਉਂ ਕਹਿ ਕੇ ਛੱਡਦੇ, ਆਪਣਾ ਕੰਮ ਨਹੀਂ ਜੀ ਇਹ, ਆਰਾਮ ਨਾਲ ਸੌਵੋ, ਨਿਤਨੇਮ 5 ਬਾਣੀਆਂ ਕਰੀਆਂ ਬਹੁਤ ਹੈ। ਪਰ ਨਾਲ ਅਭਿਆਸ ਵੀ ਤਾਂ ਦੱਸਿਆ। 5 ਪਿਆਰਿਆਂ ਨੇ ਕਿਹਾ ਮੂਲ ਮੰਤਰ, ਗੁਰ ਮੰਤਰ ਬੈਠਦੇ ਉੱਠਦੇ ਜਪਣਾ, ਸੁਰਤੀ ਲਾ ਕੇ ਜਪਣਾ। ਤਾਂ ਸਤਿਗੁਰੂ ਕਹਿੰਦੇ ਨੇ ਫਿਰ ਅੰਦਰੋਂ ਕਮਲ ਖਿੜ ਪਿਆ। ਗੁਰਮੁਖਾਂ ਦਾ ਅੰਤ ਹੈ ਕੰਮ, ਜੋ ਬ੍ਰਹਮਾਨੰਦ ਰੂਪ ਅੰਮ੍ਰਿਤ ਨਾਲ ਭਰਿਆ ਹੋਇਆ ਸੀ, ਉਹ ਚੋਂ ਅੰਮ੍ਰਿਤ ਪੀ ਕੇ ਉਹ ਰੱਜ ਗਏ ਨੇ। ਅੰਦਰੋਂ ਫਿਰ ਅੰਮ੍ਰਿਤ ਪ੍ਰਗਟ ਹੁੰਦਾ। ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਫਿਰ ਕੱਲੇ ਕੱਲੇ ਤਾਂ ਆਪਾਂ ਦੱਸਣੋਂ ਰਹੇ। ਹੁਣ ਤਾਂ ਮੌਜ ਲੱਗੀ, ਜਿੱਥੇ ਮਰਜ਼ੀ ਕੋਈ ਸੁਣੇ। ਬਹੁਤਿਆਂ ਦਾ ਹੁੰਦਾ ਕਿ ਬਾਣੀ ਪੜ੍ਹਦਿਆਂ ਮੂੰਹ ਮਿੱਠਾ ਹੋ ਗਿਆ। ਇਹ ਇੱਕ ਚੰਗੀ ਨਿਸ਼ਾਨੀ ਹੁੰਦੀ, ਮੂੰਹ ਦਾ ਮਿੱਠਾ ਹੋ ਜਾਣਾ। ਜਦੋਂ ਮੂੰਹ ਵਿੱਚ ਮਿਠਾਸ ਆਉਣੀ ਸ਼ੁਰੂ ਹੋ ਜੇ, ਇਹ ਅੰਦਰਲਾ ਹੀ ਅੰਮ੍ਰਿਤ ਪ੍ਰਗਟ ਹੋ ਰਿਹਾ ਹੁਣ। ਉਦੋਂ ਮੁੱਖ ਵਿੱਚ ਮਿਠਾਸ ਹੋ ਕੇ ਹੀ ਅੱਗੇ ਅਵਸਥਾਵਾਂ ਬਣਨੀਆਂ ਸ਼ੁਰੂ ਹੁੰਦੀਆਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜੇ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਕਰਨੀ ਹੋਵੇ, ਨਾਨਕ ਸਤਿਗੁਰ ਮੀਤ ਕਰ, ਸੱਚ ਪਾਵੈ ਦਰਗਹਿ ਜਾਏ।
ਔਰ ਮਹਾਰਾਜ ਫਰਮਾਉਂਦੇ ਨੇ ਭਾਈ ਤੂੰ ਸਤਿਗੁਰਾਂ ਨੂੰ ਆਪਣਾ ਮਿੱਤਰ ਬਣਾਉਣਾ ਕਰ ਫਿਰ ਜੇ ਇਹ ਅਵਸਥਾ ਲੈਣੀਆਂ ਨੇ ਜਿਨ੍ਹਾਂ ਦੀ ਕਿਰਪਾ ਨਾਲ ਤੂੰ ਪਰਲੋਕ ਦਰਗਾਹ ਵਿੱਚ ਜਾ ਕੇ ਸੱਚ ਸੁੱਖ ਨੂੰ ਪ੍ਰਾਪਤ ਕਰੇਂਗਾ ਅਸਲ ਸੁੱਖ ਜਿਹੜਾ ਨਾਮ ਦਾ ਨਾਨਕ ਸਤਿਗੁਰ ਮੀਤ ਕਰ ਇੱਥੇ ਸਤਿਗੁਰ ਦੇ ਤੱਤੇ ਨੂੰ ਸਿਹਾਰ ਹੀ ਨਹੀਂ ਹੈ ਇਹ ਕਈ ਜਗ੍ਹਾ ਆਇਆ ਐਸਾ ਚੌਥੇ ਪਾਤਸ਼ਾਹ ਦੇ ਬਹੁਤੇ ਸ਼ਬਦਾਂ ਵਿੱਚ ਸਤਿਗੁਰੂ ਦੇ ਤੱਤੇ ਨੂੰ ਸਿਹਾਰੀ ਨਹੀਂ ਆਉਂਦੀ ਇਹ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ